ਓਮ ਸ਼ਾਂਤੀ। ਅੱਜ ਸੁਣਦੇ ਹਾਂ 12 ਅਗਸਤ 2021 ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ ਜੀ, ਬਾਬਾ ਸੁੱਖ ਦੇਣ ਵਾਲੇ ਬਾਪ ਨੂੰ ਬਹੁਤ ਬਹੁਤ ਪਿਆਰ ਨਾਲ ਯਾਦ ਕਰੋ। ਯਾਦ ਬਗੈਰ ਪਿਆਰ ਨਹੀਂ ਹੋ ਸਕਦਾ। ਪ੍ਰਸ਼ਨ ਹੈ, ਬਾਪ ਬੱਚਿਆਂ ਨੂੰ ਰੋਜ਼-ਰੋਜ਼ ਯਾਦ ਦਾ ਅਭਿਆਸ ਕਰਨ ਦਾ ਇਸ਼ਾਰਾ ਕਿਉਂ ਦਿੰਦੇ ਨੇ? ਉੱਤਰ, ਕਿਉਂਕਿ ਯਾਦ ਤੋਂ ਆਤਮਾ ਪਾਵਨ ਬਣੇਗੀ। ਯਾਦ ਤੋਂ ਪੂਰਾ ਵਰਸਾ ਲੈ ਸਕੋਗੇ। ਆਤਮਾ ਦੇ ਸਭ ਸੰਬੰਧ ਖਲਾਸ ਹੋ ਜਾਣਗੇ। ਵਿਕਰਮਾਂ ਤੋਂ ਮੁਕਤ ਹੋ ਜਾਏਗੀ। ਸਜ਼ਾਵਾਂ ਤੋਂ ਛੁੱਟ ਜਾਓਗੇ। ਜਿੰਨਾ ਯਾਦ ਕਰਨਗੇ ਓਨਾ ਖੁਸ਼ੀ ਰਹੇਗੀ। ਮੰਜ਼ਿਲ ਨੇੜੇ ਅਨੁਭਵ ਹੋਵੇਗੀ। ਕਦੇ ਵੀ ਥੱਕਣਗੇ ਨਹੀਂ। ਬੇਖਤ ਦਾ ਸੁੱਖ ਪਾਓਗੇ। ਇਸ ਲਈ ਯਾਦ ਦਾ ਅਭਿਆਸ ਜ਼ਰੂਰ ਕਰਨਾ ਹੈ। ਗੀਤ ਹੈ, ਬਚਪਨ ਦੇ ਦਿਨ ਭੁਲਾ ਨਾ ਦੇਣਾ। ਓਮ ਸ਼ਾਂਤੀ। ਮਿੱਠੇ ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਦੀ ਲਾਈਨ ਦਾ ਅਰਥ ਸਮਝਿਆ। ਹੁਣ ਜਿਉਂਦੇ ਜੀ ਤੁਸੀਂ ਬੇਹੱਦ ਦੇ ਬਾਪ ਦੇ ਬਣੇ ਹੋ। ਸਾਰਾ ਕਲਪਤਾ ਹੱਦ ਦੇ ਬਾਪ ਦੇ ਬਣੇ। ਸਤਯੁਗ ਵਿੱਚ ਹੱਦ ਦੇ ਬਾਪ ਦੇ ਬਣਦੇ ਹੋ। ਹੁਣ ਸਿਰਫ ਤੁਸੀਂ ਬ੍ਰਾਹਮਣ ਬੱਚੇ ਬੇਹੱਦ ਦੇ ਬਾਪ ਦੇ ਬਣਦੇ ਹੋ। ਤੁਸੀਂ ਜਾਣਦੇ ਹੋ ਬੇਹੱਦ ਦੇ ਬਾਪ ਤੋਂ ਅਸੀਂ ਬੇਹੱਦ ਦਾ ਵਰਸਾ ਲੈ ਰਹੇ ਹਾਂ। ਜੇਕਰ ਬਾਪ ਨੂੰ ਛੱਡਿਆ ਤਾਂ ਬੇਹੱਦ ਦਾ ਵਰਸਾ ਮਿਲ ਨਹੀਂ ਸਕਦਾ। ਭਾਵੇਂ ਤੁਸੀਂ ਸਮਝਾਉਂਦੇ ਹੋ, ਪਰ ਥੋੜੇ ਵਿੱਚ ਤਾਂ ਕੋਈ ਰਾਜੀ ਨਹੀਂ ਹੁੰਦਾ। ਮਨੁੱਖ ਧਨ ਬਹੁਤ ਚਾਹੁੰਦੇ ਨੇ। ਧਨ ਦੇ ਸਿਵਾਏ ਸੁੱਖ ਨਹੀਂ ਹੋ ਸਕਦਾ। ਧਨ ਵੀ ਚਾਹੀਦਾ ਹੈ, ਸ਼ਾਂਤੀ ਵੀ ਚਾਹੀਦੀ ਹੈ, ਨਿਰੋਗੀ ਕਾਇਆ ਵੀ ਚਾਹੀਦੀ ਹੈ। ਤੁਸੀਂ ਬੱਚੇ ਜਾਣਦੇ ਹੋ ਦੁਨੀਆ ਵਿੱਚ ਅੱਜ ਕੀ ਹੈ, ਕੱਲ ਕੀ ਹੋਣਾ ਹੈ। ਵਿਨਾਸ਼ ਤਾਂ ਸਾਹਮਣੇ ਖੜਾ ਹੈ। ਹੋਰ ਕਿਸੇ ਦੀ ਬੁੱਧੀ ਵਿੱਚ ਇਹ ਗੱਲਾਂ ਨਹੀਂ। ਜੇਕਰ ਸਮਝਣ ਵਿਨਾਸ਼ ਤਾਂ ਸਾਹਮਣੇ ਖੜਿਆ ਹੈ ਤਾਂ ਕੀ ਕਰਨਾ ਹੈ, ਇਹ ਨਹੀਂ ਜਾਣਦੇ। ਤੁਸੀਂ ਬੱਚੇ ਸਮਝਦੇ ਹੋ। ਐਵੇਂ ਮਾਲੂਮ ਹੁੰਦਾ ਹੈ ਕਦੇ ਵੀ ਲੜਾਈ ਲੱਗ ਜਾਵੇਗੀ। ਥੋੜੀ ਚਿੰਗਾਰੀ ਲੱਗੇ ਤਾਂ ਭੰਬੜ ਮੱਚ ਜਾਵੇ। ਦੇਰੀ ਨਹੀਂ ਲੱਗੇਗੀ। ਅੱਗੇ ਵੀ ਥੋੜੀ ਜੀ ਗੱਲ ਵਿੱਚ ਕਿੰਨੀ ਲੜਾਈ ਲੱਗ ਗਈ ਸੀ। ਬੱਚੇ ਜਾਣਦੇ ਨੇ ਪੁਰਾਣੀ ਦੁਨੀਆ ਖਤਮ ਹੋਈ ਕਿ ਹੋਈ। ਇਸ ਲਈ ਹੁਣ ਜਲਦੀ ਤੋਂ ਬਾਪ ਤੋਂ ਵਰਸਾ ਲੈਣਾ ਹੈ। ਬਾਪ ਨੂੰ ਹਮੇਸ਼ਾ ਯਾਦ ਕਰਦੇ ਰਹੋਗੇ ਤਾਂ ਬਹੁਤ ਹਰਸ਼ਿਤ ਰਹੋਗੇ। ਦੇ ਅਭਿਮਾਨ ਵਿੱਚ ਆਉਣ ਨਾਲ ਖੁਸ਼ੀ ਗਾਇਬ ਹੋ ਜਾਂਦੀ ਹੈ। ਦੇਹੀ ਅਭਿਮਾਨੀ ਬੰਦੇ ਹੋ, ਬਾਪ ਨੂੰ ਯਾਦ ਕਰਦੇ ਹੋ। ਦੇ ਅਭਿਮਾਨ ਵਿੱਚ ਆਉਣ ਨਾਲ ਬਾਪ ਨੂੰ ਭੁੱਲ ਦੁੱਖ ਉਠਾਉਂਦੇ ਹੋ। ਜਿਵੇਂ ਬਾਪ ਨੂੰ ਯਾਦ ਕਰੋਗੇ ਉਹਨਾਂ ਬੇਹੱਦ ਦੇ ਬਾਪ ਤੋਂ ਸੁੱਖ ਉਠਾਓਗੇ। ਇੱਥੇ ਤੁਸੀਂ ਆਏ ਹੋ ਅਜਿਹੇ ਸ਼੍ਰੀ ਲక్ష్ਮੀ ਨਾਰਾਇਣ ਵਰਗਾ ਬਣਨ। ਰਾਜਾ ਰਾਣੀ ਤੇ ਪ੍ਰਜਾ ਦਾ ਨੌਕਰ ਚਾਕਰ ਦੋਹਾਂ ਵਿੱਚ ਫਰਕ ਬਹੁਤ ਹੈ ਨਾ। ਹੁਣ ਦਾ ਪੁਰਸ਼ਾਰਥ ਕਲਪ ਕਲਪਾਂਤਰ ਦੇ ਲਈ ਕਾਇਮ ਹੋ ਜਾਂਦਾ ਹੈ। ਪਿਛਾੜੀ ਵਿੱਚ ਸਭ ਨੂੰ ਸਾਖਸ਼ਾਤਕਾਰ ਹੋਵੇਗਾ। ਅਸੀਂ ਕਿੰਨਾ ਪੁਰਸ਼ਾਰਥ ਕੀਤਾ। ਹੁਣ ਵੀ ਬਾਪ ਕਹਿੰਦੇ ਨੇ ਆਪਣੀ ਅਵਸਥਾ ਨੂੰ ਵੇਖਦੇ ਰਹੋ। ਮਿੱਠੇ ਤੇ ਮਿੱਠਾ ਬਾਬਾ ਜਿਸ ਤੋਂ ਸਵਰਗ ਦਾ ਵਰਸਾ ਮਿਲਦਾ ਹੈ, ਉਹਨਾਂ ਨੂੰ ਅਸੀਂ ਕਿੰਨਾ ਯਾਦ ਕਰਦੇ ਹਾਂ। ਤੁਹਾਡਾ ਸਾਰਾ ਮਦਾਰ ਹੈ ਯਾਦ ਤੇ। ਜਿੰਨਾ ਯਾਦ ਕਰੋਗੇ ਓਨਾ ਖੁਸ਼ੀ ਰਹੇਗੀ। ਸਮਝਣਗੇ ਬਸ ਹੁਣ ਨਜ਼ਦੀਕ ਆ ਕੇ ਪਹੁੰਚੇ ਹਾਂ। ਕੋਈ ਥੱਕ ਵੀ ਜਾਂਦੇ ਨੇ। ਪਤਾ ਨਹੀਂ ਮੰਜ਼ਿਲ ਕਿੰਨੀ ਦੂਰ ਹੈ। ਪਹੁੰਚਣ ਤਾਂ ਮਿਹਨਤ ਵੀ ਸਫਲ ਹੋਵੇ। ਦੁਨੀਆ ਵਿੱਚ ਇਹ ਕਿਸੇ ਨੂੰ ਪਤਾ ਨਹੀਂ ਭਗਵਾਨ ਕਿਸ ਨੂੰ ਕਿਹਾ ਜਾਂਦਾ ਹੈ। ਕਹਿੰਦੇ ਨੇ ਹੇ ਭਗਵਾਨ, ਫਿਰ ਕਹਿ ਦਿੰਦੇ ਠਿੱਕਰ ਬਿੱਤਰ ਵਿੱਚ ਨੇ। ਹੁਣ ਤੁਸੀਂ ਬੱਚੇ ਸਮਝਦੇ ਹੋ ਅਸੀਂ ਬਾਪ ਦੇ ਬਣ ਚੁੱਕੇ ਹਾਂ। ਹੁਣ ਬਾਪ ਦੀ ਸ਼੍ਰੀਮਤ ਤੇ ਚੱਲਣਾ ਹੈ। ਭਾਵੇਂ ਵਿਲਾਇਤ ਵਿੱਚ ਹੋ, ਉੱਥੇ ਰਹਿੰਦੇ ਵੀ ਸਿਰਫ ਬਾਪ ਨੂੰ ਯਾਦ ਕਰਨਾ ਹੈ। ਤੁਹਾਨੂੰ ਸ਼੍ਰੀਮਤ ਮਿਲੀ ਹੈ। ਆਤਮਾ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਸਿਵਾਏ ਬਾਪ ਦੇ ਯਾਦ ਦੇ ਹੋ ਨਹੀਂ ਸਕਦੀ। ਤੁਸੀਂ ਕਹਿੰਦੇ ਹੋ ਬਾਬਾ ਅਸੀਂ ਤੁਹਾਡੇ ਤੋਂ ਪੂਰਾ ਵਰਸਾ ਲਵਾਂਗੇ। ਜਿਵੇਂ ਸਾਡਾ ਬਾਬਾ ਵਰਸਾ ਲੈਂਦੇ ਨੇ ਅਸੀਂ ਵੀ ਪੁਰਸ਼ਾਰਥ ਕਰ ਉਹਨਾਂ ਦੀ ਗੱਦੀ ਤੇ ਜ਼ਰੂਰ ਬੈਠਾਂਗੇ। ਮੰਮਾ ਬਾਬਾ ਰਾਜ ਰਾਜੇਸ਼ਵਰ ਰਾਜ ਰਾਜੇਸ਼ਵਰੀ ਬੰਦੇ ਨੇ, ਅਸੀਂ ਵੀ ਬਣਾਂਗੇ। ਇਮਤਿਹਾਨ ਤਾਂ ਸਭ ਦੇ ਲਈ ਇੱਕ ਹੈ। ਤੁਹਾਨੂੰ ਬਹੁਤ ਥੋੜਾ ਸਿਖਾਇਆ ਜਾਂਦਾ ਹੈ। ਸਿਰਫ ਬਾਪ ਨੂੰ ਯਾਦ ਕਰੋ। ਇਸ ਨੂੰ ਕਿਹਾ ਜਾਂਦਾ ਹੈ ਸਹਿਜ ਰਾਜਯੋਗ ਬਲ। ਤੁਸੀਂ ਸਮਝਦੇ ਹੋ ਯੋਗ ਨਾਲ ਬਲ ਬਹੁਤ ਮਿਲਦਾ ਹੈ। ਅਸੀਂ ਕੋਈ ਵਿਕਰਮ ਕਰਾਂਗੇ ਤਾਂ ਸਜ਼ਾ ਬਹੁਤ ਖਾਵਾਂਗੇ। ਪਦਵੀ ਭ੍ਰਸ਼ਟ ਹੋ ਜਾਵੇਗੀ। ਯਾਦ ਵਿੱਚ ਮਾਇਆ ਵਿਘਨ ਪਾਉਂਦੀ ਹੈ। ਤੁਸੀਂ ਜਾਣਦੇ ਹੋ ਅਸੀਂ ਪਾਵਨ ਦੁਨੀਆ ਵਿੱਚ ਜਾ ਰਹੇ ਹਾਂ। ਜੋ ਬ੍ਰਾਹਮਣ ਬਣਨਗੇ ਉਹੀ ਨਿਮਿਤ ਬਣਨਗੇ। ਬ੍ਰਹਮਾ ਮੁਖ ਵੰਸ਼ਾਵਲੀ ਬ੍ਰਾਹਮਣ ਬਣੇ ਬਗੈਰ ਤੁਸੀਂ ਬਾਪ ਤੋਂ ਵਰਸਾ ਲੈ ਨਹੀਂ ਸਕਦੇ। ਬਾਪ ਬੱਚਿਆਂ ਨੂੰ ਰਚਦੇ ਨੇ ਵਰਸਾ ਦੇਣ ਦੇ ਲਈ। ਸ਼ਿਵ ਬਾਬਾ ਦੇ ਅਸੀਂ ਹਾਂ ਹੀ। ਉਹ ਨਵੀਂ ਸ੍ਰਿਸ਼ਟੀ ਰਚਦੇ ਨੇ ਬੱਚਿਆਂ ਨੂੰ ਵਰਸਾ ਦੇਣ ਦੇ ਲਈ। ਸ਼ਰੀਰਧਾਰੀ ਨੂੰ ਵਰਸਾ ਦੇਣਗੇ।
ਆਤਮਾਵਾਂ ਤਾਂ ਉੱਪਰ ਵਿੱਚ ਰਹਿੰਦੀਆਂ ਨੇ, ਉੱਥੇ ਤਾਂ ਵਰਸੇ ਤੇ ਪ੍ਰਲਬਧ ਦੀ ਗੱਲ ਨਹੀਂ। ਹੁਣ ਤੁਸੀਂ ਪੁਰਸ਼ਾਰਥ ਕਰ ਪ੍ਰਲਬਧ ਲੈ ਰਹੇ ਹੋ ਜੋ ਦੁਨੀਆ ਨੂੰ ਪਤਾ ਨਹੀਂ। ਹੁਣ ਸਮੇਂ ਨਜ਼ਦੀਕ ਆਉਂਦਾ ਜਾਂਦਾ ਹੈ, ਇਤਲਾਹ ਕਰਦੇ ਰਹਿੰਦੇ ਨੇ, ਫਲਾਣਾ ਜੇਕਰ ਐਵੇਂ ਕਰੇਗਾ ਤਾਂ ਅਸੀਂ ਇੱਕਦਮ ਉਹਨਾਂ ਨੂੰ ਉਡਾ ਦਿਆਂਗੇ। ਉਡਾਨ ਦੀ ਤਿਆਰੀਆਂ ਹੋ ਰਹੀਆਂ ਨੇ, ਬੌਮਜ਼ਾਂ ਦੀ ਕੋਈ ਰੱਖਣੇ ਨਹੀਂ, ਤਿਆਰੀਆਂ ਬਹੁਤ ਹੋ ਰਹੀਆਂ ਨੇ। ਬ੍ਰਿਟਿਸ਼ ਗਵਰਨਮੈਂਟ ਦੇ ਸਮੇਂ ਹਿੰਦੁਸਤਾਨ ਪਾਕਿਸਤਾਨ ਸੀ ਕਿ ਲਿਖਿਆ ਹੋਇਆ ਹੈ ਯੋਵਨਾਂ ਦੀ ਲੜਾਈ, ਪਾਂਡਵ ਤੇ ਕੌਰਵਾਂ ਦੀ ਲੜਾਈ ਹੈ ਨਹੀਂ। ਯੋਵਨ ਬਰਾਬਰ ਲੜ ਰਹੇ ਨੇ, ਬੰਬਸ ਵੀ ਤਿਆਰ ਹੋ ਗਏ ਨੇ। ਹੁਣ ਬਾਪ ਸਾਨੂੰ ਫਰਮਾਨ ਕਰਦੇ ਨੇ, ਸਿਰਫ ਮੈਨੂੰ ਯਾਦ ਕਰੋ, ਨਹੀਂ ਤਾਂ ਪਿਛਾੜੀ ਵਿੱਚ ਰੋਣਾ ਪਵੇਗਾ। ਇਮਤਿਹਾਨ ਵਿੱਚ ਨਾ ਪਾਸ ਹੁੰਦੇ ਨੇ ਤਾਂ ਜਾ ਕੇ ਡੁੱਬ ਮਰਦੇ ਨੇ ਗੁੱਸੇ ਵਿੱਚ। ਇੱਥੇ ਗੁੱਸੇ ਦੀ ਗੱਲ ਨਹੀਂ, ਪਿਛਾੜੀ ਵਿੱਚ ਤੁਹਾਨੂੰ ਬਹੁਤ ਸਾਖਸ਼ਾਤਕਾਰ ਹੋਣਗੇ, ਕੀ ਅਸੀਂ ਬਣਾਂਗੇ ਉਹ ਵੀ ਪਤਾ ਪੈ ਜਾਵੇਗਾ। ਬਾਪ ਦਾ ਕੰਮ ਹੈ ਪੁਰਸ਼ਾਰਥ ਕਰਾਣਾ। ਕਹਿੰਦੇ ਨੇ ਬੱਚੇ, ਕਰਮ ਕਰਦੇ ਯਾਦ ਕਰਨਾ ਭੁੱਲ ਜਾਂਦੇ ਹੋ, ਫੁਰਸਤ ਨਹੀਂ ਮਿਲਦੀ ਹੈ ਤਾਂ ਚੰਗਾ ਬੈਠ ਕੇ ਯਾਦ ਕਰੋ। ਯਾਦ ਵਿੱਚ ਬੈਠ ਕੇ ਬਾਬਾ ਨੂੰ ਯਾਦ ਕਰੋ। ਆਪਸ ਵਿੱਚ ਮਿਲਦੇ ਹੋ, ਕੋਸ਼ਿਸ਼ ਕਰੋ ਕਿ ਅਸੀਂ ਬਾਬਾ ਨੂੰ ਯਾਦ ਕਰੀਏ। ਮਿਲ ਕੇ ਬੈਠਣ ਨਾਲ ਤੁਸੀਂ ਯਾਦ ਚੰਗਾ ਕਰੋਗੇ, ਮਦਦ ਮਿਲੇਗੀ। ਮੂਲ ਗੱਲ ਹੈ ਬਾਪ ਨੂੰ ਯਾਦ ਕਰਨਾ। ਇੱਥੇ ਆਓ ਜਾਂ ਨਾ ਆਓ, ਕੋਈ ਵਿਲਾਇਤ ਜਾਂਦੇ ਨੇ ਫਿਰ ਆ ਤਾਂ ਸਕਣਗੇ ਨਹੀਂ। ਉੱਥੇ ਵੀ ਸਿਰਫ ਇੱਕ ਗੱਲ ਯਾਦ ਰੱਖੋ, ਬਾਪ ਦੀ ਯਾਦ ਨਾਲ ਤੁਸੀਂ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣੋਗੇ। ਬਾਪ ਕਹਿੰਦੇ ਨੇ ਸਿਰਫ ਇੱਕ ਗੱਲ ਯਾਦ ਰੱਖੋ, ਬਾਪ ਨੂੰ ਯਾਦ ਕਰੋ। ਬਾਪ ਕਹਿੰਦੇ ਨੇ ਮਨਮਨਾ ਭਵ, ਮੈਨੂੰ ਯਾਦ ਕਰੋ ਤਾਂ ਵਿਸ਼ਵ ਦਾ ਮਾਲਿਕ ਬਣੋਗੇ। ਮੂਲ ਗੱਲ ਹੋ ਜਾਂਦੀ ਹੈ ਯਾਦ ਦੀ, ਕਿਤੇ ਵੀ ਜਾਣ ਦੀ ਗੱਲ ਨਹੀਂ। ਘਰ ਵਿੱਚ ਰਹੋ, ਸਿਰਫ ਬਾਪ ਨੂੰ ਯਾਦ ਕਰਦੇ ਰਹੋ। ਪਵਿੱਤਰ ਨਹੀਂ ਬਣੋਗੇ ਤਾਂ ਯਾਦ ਨਹੀਂ ਕਰ ਸਕੋਗੇ। ਐਵੇਂ ਥੋੜੀ ਹੈ ਸਭ ਆ ਕੇ ਕਲਾਸ ਵਿੱਚ ਪੜਨਗੇ। ਮੰਤਰ ਲਿੱਤਾ ਫਿਰ ਭਾਵੇਂ ਕਿਤੇ ਵੀ ਚਲੇ ਜਾਓ। ਸਤੋ ਪ੍ਰਧਾਨ ਬਣਨ ਦਾ ਰਸਤਾ ਬਾਬਾ ਨੇ ਦੱਸਿਆ ਹੈ। ਉਂਝ ਤਾਂ ਸੈਂਟਰ ਤੇ ਆਉਣ ਨਾਲ ਨਵੀਂ ਪੁਆਇੰਟਸ ਹੁੰਦੇ ਰਹਿਣਗੇ। ਜੇਕਰ ਕਿਸੇ ਕਾਰਨ ਨਹੀਂ ਆ ਸਕਦੇ, ਮੀਂਹ ਪੈ ਜਾਂਦਾ ਹੈ ਜਾਂ ਕਰਫਿਊ ਲੱਗ ਜਾਂਦਾ ਹੈ, ਕੋਈ ਬਾਹਰ ਨਹੀਂ ਨਿਕਲ ਸਕਦਾ, ਫਿਰ ਕੀ ਕਰ ਸਕੋਗੇ? ਬਾਪ ਕਹਿੰਦੇ ਨੇ ਕੋਈ ਹਰਜਾ ਨਹੀਂ, ਕਿਤੇ ਵੀ ਰਹਿੰਦੇ ਤੁਸੀਂ ਯਾਦ ਵਿੱਚ ਰਹੋ। ਚਲਦੇ ਫਿਰਦੇ ਯਾਦ ਕਰੋ। ਹੋਰਾਂ ਨੂੰ ਵੀ ਕਹੋ ਬਾਪ ਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਹੋਣਗੇ, ਦੇਵਤਾ ਬਣ ਜਾਓਗੇ। ਅੱਖਰ ਹੀ 2 ਨੇ। ਬਾਪ ਕਹਿੰਦੇ ਨੇ ਇਹ ਬਚਪਨ ਭੁੱਲ ਨਾ ਜਾਣਾ। ਅੱਜ ਹੱਸਦੇ ਹੋ, ਕੱਲ ਰੋਣਾ ਪਵੇਗਾ। ਜੇਕਰ ਬਾਪ ਨੂੰ ਭੁਲਾਇਆ ਤਾਂ ਬਾਪ ਤੋਂ ਵਰਸਾ ਪੂਰਾ ਲੈਣਾ ਚਾਹੀਦਾ ਹੈ। ਐਵੇਂ ਬਹੁਤ ਕਹਿੰਦੇ ਨੇ ਸਵਰਗ ਵਿੱਚ ਤਾਂ ਜਾਣਗੇ ਨਾ, ਫਿਰ ਜੋ ਤਕਦੀਰ ਵਿੱਚ ਹੋਵੇਗਾ। ਉਹਨਾਂ ਨੂੰ ਕੋਈ ਪੁਰਸ਼ਾਰਥ ਕਰਨਾ ਨਹੀਂ ਕਹਾਂਗੇ। ਮਨੁੱਖ ਪੁਰਸ਼ਾਰਥ ਕਰਦੇ ਨੇ ਉੱਚ ਮਰਤਬਾ ਪਾਉਣ ਦੇ ਲਈ। ਹੁਣ ਜਦ ਕਿ ਬਾਪ ਤੋਂ ਉੱਚ ਮਰਤਬਾ ਮਿਲਦਾ ਹੈ ਤਾਂ ਗਫਲਤ ਕਿਉਂ ਕਰਨੀ ਚਾਹੀਦੀ ਹੈ? ਸਕੂਲ ਵਿੱਚ ਜੋ ਨਹੀਂ ਪੜਨਗੇ, ਪੜ੍ਹੇ ਲਿਖੇ ਦੇ ਅੱਗੇ ਭਰੀ ਢੋਣੀ ਪਵੇਗੀ। ਬਾਪ ਨੂੰ ਪੂਰਾ ਯਾਦ ਨਹੀਂ ਕਰੋਗੇ ਤਾਂ ਪਰਜਾ ਦੇ ਨੌਕਰ ਚਾਕਰ ਜਾ ਕੇ ਬਣੋਗੇ। ਇਸ ਵਿੱਚ ਖੁਸ਼ ਥੋੜੀ ਹੋਣਾ ਚਾਹੀਦਾ ਹੈ। ਬਾਪ ਸਮਝਾਉਂਦੇ ਨੇ ਮਿੱਠੇ ਮਿੱਠੇ ਬੱਚੇ ਸਨਮੁਖ ਰਿਫਰੈਸ਼ ਹੋ ਕੇ ਜਾਂਦੇ ਨੇ। ਕਈ ਬਾਂਧੇਲੀਆਂ ਨੇ, ਹਰਜਾ ਨਹੀਂ। ਘਰ ਬੈਠੇ ਬਾਪ ਨੂੰ ਯਾਦ ਕਰਦੀਆਂ ਰਹੋ। ਤੁਹਾਨੂੰ ਕਿੰਨਾ ਸਹਿਜ ਸਮਝਾਉਂਦੇ ਨੇ, ਮੁੱਢ ਸਾਹਮਣੇ ਖੜਾ ਹੈ। ਅਚਾਨਕ ਹੀ ਲੜਾਈ ਸ਼ੁਰੂ ਹੋ ਜਾਏਗੀ। ਇੱਕ ਦੋ ਨੂੰ ਕਹਿੰਦੇ ਨੇ ਥੋੜਾ ਵੀ ਗੜਬੜ ਕੀਤਾ ਅਸੀਂ ਐਵੇਂ ਕਰ ਦਿਆਂਗੇ। ਪਹਿਲੇ ਤੋਂ ਹੀ ਕਹਿ ਦਿੰਦੇ ਨੇ। ਬੌਮਸ ਦੀ ਮਗਰੂਰੀ ਬਹੁਤ ਹੈ। ਬਾਪ ਕਹਿੰਦੇ ਨੇ ਜੇ ਅਰਜੁਨ ਯੋਗ ਬਲ ਵਿੱਚ ਐਨੇ ਹੋਸ਼ਿਆਰ ਨਹੀਂ ਹੋਏ, ਐਵੇਂ ਨਾ ਹੋਵੇ ਕਿ ਲੜਾਈ ਲੱਗ ਜਾਵੇ। ਪਰ ਡਰਾਮਾ ਅਨੁਸਾਰ ਐਵੇਂ ਹੋਵੇਗਾ ਨਹੀਂ। ਬੱਚਿਆਂ ਨੇ ਪੂਰਾ ਵਰਸਾ ਲਿੱਤਾ ਨਹੀਂ, ਇਸ ਲਈ ਨਿਸ਼ਚੈ ਹੁੰਦਾ ਹੈ ਇਹ ਲੜਾਈ ਕਰਕੇ ਲੱਗੇਗੀ ਵੀ ਤਾਂ ਬੰਦ ਵੀ ਹੋ ਜਾਏਗੀ, ਕਿਉਂਕਿ ਹੁਣ ਰਾਜਧਾਨੀ ਸਥਾਪਨ ਨਹੀਂ ਹੋਈ। ਟਾਈਮ ਚਾਹੀਦਾ ਹੈ। ਪੁਰਸ਼ਾਰਥ ਕਰਾਉਂਦੇ ਰਹਿੰਦੇ ਨੇ। ਪਤਾ ਨਹੀਂ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ। ਬੱਸ ਡਿੱਗ ਪੈਂਦੀ ਹੈ, ਐਰੋਪਲੇਨ ਟ੍ਰੇਨ ਡਿੱਗ ਪੈਂਦਾ ਹੈ। ਮੌਤ ਕਿੰਨਾ ਸਹਿਜ ਖੜਿਆ ਹੈ। ਧਰਤੀ ਵੀ ਹਿਲਦੀ ਰਹਿੰਦੀ ਹੈ। ਸਭ ਤੋਂ ਜਾਸਤੀ ਕੰਮ ਅਰਥਕਵੇਕ ਨੇ ਕਰਨਾ ਹੈ। ਪਰ ਵਿਨਾਸ਼ ਹੋਣ ਤੋਂ ਪਹਿਲੇ ਬਾਪ ਤੋਂ ਪੂਰਾ ਵਰਸਾ ਲੈਣਾ ਹੈ। ਇਸ ਲਈ ਬੜੇ ਪਿਆਰ ਨਾਲ ਬਾਪ ਨੂੰ ਯਾਦ ਕਰਨਾ ਹੈ। ਬਾਬਾ, ਤੁਹਾਡੇ ਬਗੈਰ ਸਾਡਾ ਦੂਜਾ ਕੋਈ ਨਹੀਂ। ਸਿਰਫ ਬਾਪ ਨੂੰ ਯਾਦ ਕਰਦੇ ਰਹੋ। ਕਿੰਨਾ ਸਹਿਜ ਤਰ੍ਹਾਂ, ਜਿਵੇਂ ਛੋਟੇ ਛੋਟੇ ਬੱਚਿਆਂ ਨੂੰ ਸਮਝਾਉਂਦੇ ਨੇ। ਹੋਰ ਕੋਈ ਤਕਲੀਫ ਨਹੀਂ ਦਿੰਦਾ, ਸਿਰਫ ਯਾਦ ਕਰੋ। ਕਾਮ ਚਿਤਾ ਤੇ ਬੈਠ ਜੋ ਤੁਸੀਂ ਜਲ ਮਰੇ ਹੋ, ਸੋ ਹੁਣ ਗਿਆਨ ਚਿਤਾ ਤੇ ਬੈਠ ਪਵਿੱਤਰ ਬਣੋ। ਤੁਹਾਡੇ ਤੋਂ ਪੁੱਛਦਾ ਹਾਂ,
ਤੁਹਾਡਾ ਉਦੇਸ਼ ਕੀ ਹੈ, ਲਕਸ਼ ਕੀ ਹੈ? ਬੋਲੋ। ਜੋ ਸਭ ਦਾ ਬਾਪ ਹੈ ਉਹ ਕਹਿੰਦੇ ਨੇ ਮਮੇਕਮ ਯਾਦ ਕਰੋ ਤਾਂ ਤੁਹਾਡੇ ਵੀ ਕਰਮ ਵਿਨਾਸ਼ ਹੋਣਗੇ। ਤੁਸੀਂ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣ ਜਾਓਗੇ। ਸਰਵਦਾ ਸਦਗਤੀ ਦਾਤਾ ਇੱਕ ਬਾਪ ਹੈ। ਹੁਣ ਬਾਪ ਕਹਿੰਦੇ ਨੇ ਸਿਰਫ ਮੈਨੂੰ ਯਾਦ ਕਰੋ ਤਾਂ ਕੱਟ ਉਤਰ ਜਾਏਗੀ। ਇਹ ਇੰਨਾ ਪੈਗਾਮ ਤਾਂ ਦੇ ਸਕਦੇ ਹੋ ਨਾ। ਖੁਦ ਯਾਦ ਕਰੋਗੇ ਤਾਂ ਦੂਜਿਆਂ ਨੂੰ ਵੀ ਯਾਦ ਕਰਵਾ ਸਕੋਗੇ। ਦੂਜੇ ਵੀ ਰੁਚੀ ਨਾਲ ਕਹੋਗੇ, ਨਹੀਂ ਤਾਂ ਦਿਲ ਤੋਂ ਨਿਕਲੇਗਾ ਨਹੀਂ। ਬਾਪ ਕਹਿੰਦੇ ਨੇ ਕਿਤੇ ਵੀ ਹੋ, ਜਿੰਨਾ ਹੋ ਸਕੇ ਸਿਰਫ ਯਾਦ ਕਰੋ। ਭਾਵੇਂ ਥੋੜੀ ਖਾਣ ਪੀਣ ਦੀ ਤਕਲੀਫ ਵੀ ਹੁੰਦੀ ਹੈ, ਰਹਿਣਾ ਤਾਂ ਘਰ ਵਿੱਚ ਹੈ। ਘਰ ਵਿੱਚ ਰਹਿੰਦੇ ਬਾਪ ਨੂੰ ਯਾਦ ਕਰੋ। ਜੋ ਮਿਲੇ ਉਸ ਨੂੰ ਸਿੱਖਿਆ ਦਿਓ। ਮੌਤ ਸਾਹਮਣੇ ਖੜਿਆ ਹੈ। ਬਾਪ ਕਹਿੰਦੇ ਨੇ ਤੁਸੀਂ ਸਭ ਤਮੋ ਪ੍ਰਧਾਨ ਪਤਿਤ ਬਣ ਗਏ ਹੋ। ਹੁਣ ਮੈਨੂੰ ਯਾਦ ਕਰੋ, ਪਵਿੱਤਰ ਬਣੋ। ਆਤਮਾ ਹੀ ਪਤਿਤ ਬਣੀ ਹੈ। ਸਤਜੁਗ ਵਿੱਚ ਹੁੰਦੀ ਹੈ ਪਾਵਨ ਆਤਮਾ। ਬਾਪ ਦੀ ਯਾਦ ਨਾਲ ਆਤਮਾ ਪਾਵਨ ਬਣੇਗੀ। ਹੋਰ ਕੋਈ ਉਪਾਅ ਨਹੀਂ ਹੈ। ਇਹ ਪੈਗਾਮ ਸਭ ਨੂੰ ਦਿਓ ਤਾਂ ਬਹੁਤੋਂ ਦਾ ਕਲਿਆਣ ਕਰੋਗੇ। ਹੋਰ ਕੋਈ ਤਕਲੀਫ ਬਾਬਾ ਨਹੀਂ ਦਿੰਦੀ। ਪੁਰਸ਼ੋਤਮ ਮਹੀਨੇ ਵਿੱਚ ਜਾ ਕੇ ਸਮਝਾਓ। ਸਭ ਤੋਂ ਪੁਰਸ਼ੋਤਮ ਕੌਣ? ਸਤਜੁਗ ਆਦਿ ਵਿੱਚ ਇਹ ਲక్ష్ਮੀ ਨਾਰਾਇਣ ਸੀ। ਇਹਨਾਂ ਨੂੰ ਐਵੇਂ ਪੁਰਸ਼ੋਤਮ ਬਣਾਉਣ ਵਾਲਾ, ਮਤਲਬ ਸਵਰਗ ਦੀ ਸਥਾਪਨਾ ਕਰਨ ਵਾਲਾ ਇੱਕ ਬਾਪ ਹੈ। ਸਭ ਆਤਮਾਵਾਂ ਨੂੰ ਪਾਵਨ ਬਣਾਉਣ ਵਾਲਾ ਪਤਿਤ ਪਾਵਨ ਇੱਕ ਬਾਪ ਹੈ। ਸਭ ਤੋਂ ਉੱਤਮ ਤੇ ਉੱਤਮ ਪੁਰਸ਼ ਬਣਾਉਣ ਵਾਲਾ ਇੱਕ ਬਾਪ ਹੈ। ਜੋ ਪੂਜੇ ਸੀ ਉਹ ਪੁਜਾਰੀ ਬਣੇ ਨੇ। ਰਾਵਣ ਰਾਜ ਵਿੱਚ ਅਸੀਂ ਪੁਜਾਰੀ ਬਣੇ ਹਾਂ। ਰਾਮ ਰਾਜ ਵਿੱਚ ਅਸੀਂ ਪੂਜੇ ਸੀ। ਹੁਣ ਰਾਵਣ ਰਾਜ ਦਾ ਅੰਤ ਹੈ। ਅਸੀਂ ਪੁਜਾਰੀ ਤੋਂ ਫਿਰ ਪੂਜੇ ਬੰਦੇ ਹਾਂ। ਬਾਪ ਨੂੰ ਯਾਦ ਕਰਨ ਦਾ ਹੋਰਾਂ ਨੂੰ ਵੀ ਰਸਤਾ ਦੱਸਣਾ ਹੈ। ਬੁੱਢੀ ਮਾਤਾਵਾਂ ਨੂੰ ਵੀ ਸਰਵਿਸ ਕਰਨੀ ਚਾਹੀਦੀ ਹੈ। ਮਿੱਤਰ ਸੰਬੰਧੀਆਂ ਨੂੰ ਬਾਪ ਦਾ ਪਰਿਚੈ ਦਿਓ। ਬੋਲੋ। ਸ਼ਿਵ ਬਾਬਾ ਕਹਿੰਦੇ ਨੇ ਮਮੇਕਮ ਯਾਦ ਕਰੋ ਤਾਂ ਤੁਸੀਂ ਸਵਰਗ ਦੇ ਮਾਲਿਕ ਬਣੋਗੇ। ਨਿਰਾਕਾਰ ਸ਼ਿਵ ਬਾਬਾ, ਸਰਵਦਾ ਸਦਗਤੀ ਦਾਤਾ ਬਾਬਾ ਸਭ ਆਤਮਾਵਾਂ ਨੂੰ ਕਹਿੰਦੇ ਨੇ ਸਿਰਫ ਮੈਨੂੰ ਯਾਦ ਕਰੋ ਤਾਂ ਸਤੋ ਪ੍ਰਧਾਨ ਬਣ ਜਾਓਗੇ। ਇਹ ਸਮਝਾਣਾ ਬੜਾ ਸਹਿਜ ਹੈ ਨਾ। ਬੁੱਢੀਆਂ ਮਾਤਾਵਾਂ ਵੀ ਇਹ ਸਰਵਿਸ ਕਰ ਸਕਦੀਆਂ ਨੇ। ਮੂਲ ਗੱਲ ਹੈ ਹੀ ਇਹ। ਸ਼ਾਦੀ ਮੁਰਾਦੀ ਕਿਤੇ ਵੀ ਜਾਓ, ਕੰਨ ਵਿੱਚ ਇਹ ਗੱਲ ਸੁਣਾਓ। ਗੀਤਾ ਦਾ ਭਗਵਾਨ ਕਹਿੰਦੇ ਨੇ ਮੈਨੂੰ ਯਾਦ ਕਰੋ। ਇਸ ਗੱਲ ਨੂੰ ਸਭ ਪਸੰਦ ਕਰਨਗੇ। ਜਾਸਤੀ ਬੋਲਣ ਦੀ ਲੋੜ ਨਹੀਂ। ਸਿਰਫ ਬਾਪ ਦਾ ਪੈਗਾਮ ਦੇਣਾ ਹੈ। ਬਾਪ ਕਹਿੰਦੇ ਨੇ ਮੈਨੂੰ ਯਾਦ ਕਰੋ। ਅੱਛਾ, ਐਵੇਂ ਸਮਝੋ ਭਗਵਾਨ ਪ੍ਰੇਰਨਾ ਕਰਦੇ ਨੇ। ਸੁਪਨੇ ਵਿੱਚ ਸਾਖਸ਼ਾਤਕਾਰ ਹੁੰਦਾ ਹੈ। ਆਵਾਜ਼ ਸੁਣਨੇ ਚਾਹੁੰਦਾ ਹੈ। ਬਾਪ ਕਹਿੰਦੇ ਨੇ ਮੈਨੂੰ ਯਾਦ ਕਰੋ ਤਾਂ ਤੁਸੀਂ ਸਤੋ ਪ੍ਰਧਾਨ ਬਣ ਜਾਓਗੇ। ਤੁਸੀਂ ਆਪ ਵੀ ਸਿਰਫ ਇਹੀ ਚਿੰਤਨ ਕਰਦੇ ਰਹੋ ਤਾਂ ਬੇੜਾ ਪਾਰ ਹੋ ਜਾਵੇਗਾ। ਅਸੀਂ ਪ੍ਰੈਕਟੀਕਲ ਵਿੱਚ ਬੇਹੱਦ ਦੇ ਬਾਪ ਦੇ ਬਣੇ ਹਾਂ। ਬਾਪ ਤੋਂ 21 ਜਨਮਾਂ ਦਾ ਵਰਸਾ ਲੈ ਰਹੇ ਹਾਂ ਤਾਂ ਖੁਸ਼ੀ ਰਹਿਣੀ ਚਾਹੀਦੀ ਹੈ ਨਾ। ਬਾਪ ਨੂੰ ਭੁੱਲਣ ਨਾਲ ਤਕਲੀਫ ਹੁੰਦੀ ਹੈ। ਬਾਬਾ ਕਿੰਨਾ ਸਹਿਜ ਰਸਤਾ ਦੱਸਦੇ ਨੇ। ਸਿਰਫ ਮੈਨੂੰ ਯਾਦ ਕਰੋ। ਸਭ ਸਮਝਣਗੇ ਇਹਨਾਂ ਨੂੰ ਰਸਤਾ ਤਾਂ ਬਰੋਬਰ ਰਾਈਟ ਮਿਲਿਆ ਹੈ। ਇਹ ਰਸਤਾ ਕਦੇ ਕੋਈ ਦੱਸ ਨਾ ਸਕੇ। ਸਮੇਂ ਐਵੇਂ ਹੋਵੇਗਾ ਜੋ ਤੁਸੀਂ ਘਰ ਤੋਂ ਵੀ ਬਾਹਰ ਨਹੀਂ ਨਿਕਲ ਸਕੋਗੇ। ਬਾਪ ਨੂੰ ਯਾਦ ਕਰਦੇ ਕਰਦੇ ਸਰੀਰ ਛੱਡ ਦਿਓਗੇ। ਅੰਤ ਕਾਲ ਜੋ ਸ਼ਿਵ ਬਾਬਾ ਸਿਮਰੇ, ਫਿਰ ਨਾਰਾਇਣ ਯੋਨੀ ਵੱਲ ਉਤਰੇ। ਲక్ష్ਮੀ ਨਾਰਾਇਣ ਦੀ ਡਿਨਾਇਸਟੀ ਵਿੱਚ ਆਓਗੇ। ਘੜੀ ਘੜੀ ਰਾਜਾਈ ਪਦਵੀ ਪਾਓਗੇ। ਬਸ ਸਿਰਫ ਬਾਬਾ ਨੂੰ ਯਾਦ ਕਰਨਾ ਹੈ ਬੜੇ ਪਿਆਰ ਨਾਲ। ਯਾਦ ਬਗੈਰ ਪਿਆਰ ਕਿਵੇਂ ਕਰੋਗੇ? ਸੁੱਖ ਮਿਲਦਾ ਹੈ ਤਾਂ ਹੀ ਯਾਦ ਕੀਤਾ ਜਾਂਦਾ ਹੈ। ਦੁੱਖ ਦੇਣ ਵਾਲੇ ਨੂੰ ਪਿਆਰ ਨਹੀਂ ਕੀਤਾ ਜਾਂਦਾ। ਬਾਪ ਕਹਿੰਦੇ ਨੇ ਮੈਂ ਤੁਹਾਨੂੰ ਸਵਰਗ ਦਾ ਮਾਲਿਕ ਬਣਾਉਂਦਾ ਹਾਂ, ਇਸ ਲਈ ਮੈਨੂੰ ਪਿਆਰ ਕਰੋ। ਬਾਪ ਦੀ ਮੱਤ ਤੇ ਚੱਲਣਾ ਚਾਹੀਦਾ ਹੈ ਨਾ। ਅੱਛਾ, ਮਿੱਠੇ ਮਿੱਠੇ ਸਿਕਿਲਾ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ ਪੜ੍ਹਾਈ ਵਿੱਚ ਕਦੇ ਗਫਲਤ ਨਹੀਂ ਕਰਨੀ। ਲੜਾਈ ਤੋਂ ਪਹਿਲਾਂ ਬਾਪ ਤੋਂ ਪੂਰਾ ਵਰਸਾ ਲੈਣਾ ਹੈ। ਦੂਜਾ, ਸ਼੍ਰੀਮਤ ਤੇ ਬਾਪ ਨੂੰ ਬੜੇ ਪਿਆਰ ਨਾਲ ਯਾਦ ਕਰਨਾ ਹੈ। ਵਰਦਾਨ ਹੈ ਆਪਸ ਵਿੱਚ ਇੱਕ ਦੋ ਦੀ ਵਿਸ਼ੇਸ਼ਤਾ ਵੇਖਣ ਤੇ ਵਰਣਨ ਕਰਨ ਵਾਲੇ ਸ੍ਰੇਸ਼ਟਤਾ ਸੰਪੰਨ ਹੋਲੀ ਹੰਸ ਭਵ। ਆਪਸ ਵਿੱਚ ਇੱਕ ਦੋ ਦੀ ਵਿਸ਼ੇਸ਼ਤਾ ਵੇਖਣ ਤੇ ਵਰਣਨ ਕਰਨ ਵਾਲੇ ਸ੍ਰੇਸ਼ਟਤਾ ਸੰਪੰਨ ਹੋਲੀ ਹੰਸ ਭਵ।
ਸੰਗਮ ਯੁਗ ਤੇ ਹਰ ਬੱਚੇ ਨੂੰ ਨੌਲੇਜ ਦੁਆਰਾ ਕੋਈ ਨਾ ਕੋਈ ਵਿਸ਼ੇਸ਼ ਗੁਣ ਜ਼ਰੂਰ ਪ੍ਰਾਪਤ ਹੁੰਦਾ ਹੈ। ਇਸ ਲਈ ਹੋਲੀ ਹੰਸ ਬਣ ਹਰ ਇੱਕ ਦੀ ਵਿਸ਼ੇਸ਼ਤਾ ਨੂੰ ਵੇਖੋ, ਵਰਣਨ ਕਰੋ। ਜਿਸ ਸਮੇਂ ਕਿਸੇ ਦੀ ਕਮਜ਼ੋਰੀ ਵੇਖਦੇ ਹੋ ਜਾਂ ਸੁਣਦੇ ਹੋ ਤਾਂ ਸਮਝਣਾ ਚਾਹੀਦਾ ਹੈ ਇਹ ਕਮਜ਼ੋਰੀ ਇਹਨਾਂ ਦੀ ਨਹੀਂ, ਇਹ ਮੇਰੀ ਹੈ, ਕਿਉਂਕਿ ਅਸੀਂ ਸਭ ਇੱਕ ਬਾਪ ਦੇ ਬੱਚੇ, ਇੱਕ ਹੀ ਪਰਿਵਾਰ ਦੇ ਹਾਂ, ਇੱਕ ਹੀ ਮਾਲਾ ਦੇ ਮਣਕੇ ਹਾਂ। ਜਿਵੇਂ ਆਪਣੀ ਕਮਜ਼ੋਰੀ ਨੂੰ ਪ੍ਰਸਿੱਧ ਨਹੀਂ ਕਰਨਾ ਚਾਹੁੰਦੇ, ਐਵੇਂ ਦੂਜਿਆਂ ਦੀ ਕਮਜ਼ੋਰੀ ਦਾ ਵਰਣਨ ਨਹੀਂ ਕਰੋ। ਹੋਲੀ ਹੰਸ ਮਾਨਾ ਵਿਸ਼ੇਸ਼ਤਾਵਾਂ ਨੂੰ ਗ੍ਰਹਿਣ ਕਰਨਾ ਤੇ ਕਮਜ਼ੋਰੀਆਂ ਨੂੰ ਮਿਟਾਉਣਾ। ਸਲੋਗਨ ਹੈ, ਸਮੇਂ ਨੂੰ ਬਚਾਉਣ ਵਾਲੇ ਤੀਵਰ ਪੁਰਸ਼ਾਰਥੀ ਹੀ ਹਮੇਸ਼ਾ ਵਿਜयी ਨੇ। ਸਮੇਂ ਨੂੰ ਬਚਾਉਣ ਵਾਲੇ ਤੀਵਰ ਪੁਰਸ਼ਾਰਥੀ ਹੀ ਹਮੇਸ਼ਾ ਵਿਜयी ਨੇ। ਅੱਛਾ, ਓਮ ਸ਼ਾਂਤੀ।